ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ। ਮੁਕਾਮ ਕਰ ਘਰ ਬੈਸਣਾ ਨਿਤ ਚੱਲਣੈ ਕੀ ਤੋਖ। ਮੁਕਾਮ ਤਾਂ ਪਰ ਜਾਣੀਐ ਜਾ ਰਹੈ ਨਿਚਲ ਲੋਕ। ਦੁਨੀਆ ਕੈਸੋ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦੋ। ਲਾਗ ਰਹੋ ਹਰ ਨਾਮੇ ਕਰ ਸਿਦਕ ਕਰਨੀ ਖਰਚ ਬੰਦੋ। ਲਾਗ ਰਹੋ ਹਰ ਨਾਮੇ ਰਹਾਉ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਆਪ ਨਰਾਇਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਦੀਨੇ ਦੇ ਵਿੱਚ ਉਸ ਵੇਲੇ ਉਚਾਰਨ ਕੀਤਾ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਬੇਨਤੀ ਕਰਨ ਤੇ ਕਿ ਮਹਾਰਾਜ ਤੁਸੀਂ ਮੈਨੂੰ ਬਹੁਤ ਯਾਤਰਾ ਕਰਾਈ ਹੈ, ਕਿਰਪਾ ਕਰਕੇ ਮੱਕਾ ਵੀ ਦਿਖਾ ਦਿਓ। ਤਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਮੱਕੇ ਲੈ ਗਏ ਸਤਿਗੁਰੂ ਮਰਦਾਨੇ ਨੂੰ ਅਤੇ ਮੱਕੇ ਦੇ ਵਿੱਚ ਕਈ ਦਿਨ ਰਹਿ ਕੇ ਸਤਿਗੁਰਾਂ ਨੇ ਪ੍ਰਚਾਰ ਕੀਤਾ ਔਰ ਇੱਥੋਂ ਲਗਭਗ 240-250 ਕੋਹ ਤੇ ਮਦੀਨਾ ਪੈਂਦਾ ਹੈ, ਦੂਸਰਾ ਸ਼ਹਿਰ। ਮਦੀਨੇ ਦੇ ਵਿੱਚ ਜਿਹੜਾ ਹੈ ਮੁਹੰਮਦ ਸਾਹਿਬ ਦਾ ਕਬਰ ਹੈ, ਜਿਸ ਦੀ ਮੁਸਲਮਾਨ ਲੋਕ ਪੂਜਾ ਕਰਦੇ ਆ। ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ ਚਲੋ ਮਦੀਨਾ ਵੀ ਦੇਖ ਲਈਏ, ਤੇ ਧੰਨ ਗੁਰੂ ਨਾਨਕ ਦੇਵ ਜੀ ਫਿਰ ਮਦੀਨੇ ਚਲੇ ਗਏ। ਲਗਭਗ 12 ਦਿਨਾਂ ਦੇ ਵਿੱਚ ਸਤਿਗੁਰੂ ਮੱਕੇ ਤੋਂ ਮਦੀਨੇ ਪਹੁੰਚਦੇ ਹਨ, ਜਿੱਥੇ ਮੁਹੰਮਦ ਸਾਹਿਬ ਨੂੰ ਦਫਨਾਇਆ ਗਿਆ। ਉਹਨਾਂ ਦੇ ਸਰੀਰ ਨੂੰ ਕਬਰ ਹੈ ਜਿੱਥੇ ਉਹਨਾਂ ਦੀ ਬਣੀ ਹੋਈ। ਤੋ ਮੁਸਲਮਾਨ ਉੱਥੇ ਇਹ ਸੇਵਾ ਕਰ ਰਹੇ ਹਨ। ਉਹ ਜਗ੍ਹਾ ਨੂੰ ਮੁਕਾਮ ਕਹਿੰਦੇ ਆ, ਅਸੀਂ ਮਕਾਨ ਕਹਿੰਦੇ ਆ ਜਿੱਥੇ ਪੱਕੇ ਰਹਿੰਦੇ ਆ। ਪਰ ਸਾਡੇ ਇਸ ਮਕਾਨ ਵਿੱਚ ਪਹਿਲਾਂ ਸਾਡੇ ਦਾਦੇ ਪੜਦਾਦੇ ਬਜ਼ੁਰਗ ਹੋ ਕੇ ਚਲੇ ਗਏ, ਪੱਕੇ ਨਹੀਂ। ਤੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਤੋਂ ਮਦੀਨੇ ਪਹੁੰਚੇ ਤਾਂ ਸਤਿਗੁਰੂ ਮਦੀਨੇ ਵਿੱਚ ਉਸ ਜਗ੍ਹਾ ਦੇ ਉੱਤੇ ਜਿੱਥੇ ਕਬਰ ਵਾਲੀ ਜਗ੍ਹਾ ਸੀ ਉਹਦੇ ਵਿੱਚ ਮਕਾਨ ਦੇ ਵਿੱਚ ਕਮਰੇ ਦੇ ਵਿੱਚ ਬਣੀ ਹੋਈ ਪਾਤਸ਼ਾਹ ਸਮੇਤ ਖੜਾਵਾਂ ਦੇ ਅੰਦਰ ਚਲੇ ਗਏ। ਤਾਂ ਉਸ ਵੇਲੇ ਉੱਥੇ ਬੈਠੇ ਕਾਜ਼ੀਆਂ ਨੇ, ਉੱਥੇ ਬੈਠੇ ਮੁਸਲਮਾਨੀ ਮੱਤ ਦੇ ਸੇਵਾਦਾਰਾਂ ਨੇ, ਮਜੌਰਾਂ ਨੇ ਸਤਿਗੁਰਾਂ ਨੂੰ ਰੋਕਣਾ ਕੀਤਾ। ਕਹਿਣ ਲੱਗੇ ਮਹਾਰਾਜ ਤੁਸੀਂ ਸਣੇ ਖੜਾਵਾਂ ਅੰਦਰ ਤੁਰੇ ਆ ਰਹੇ ਹੋ, ਇਹ ਮੁਹੰਮਦ ਸਾਹਿਬ ਦਾ ਮੁਕਾਮ ਹੈ, ਇਹ ਮੁਹੰਮਦ ਸਾਹਿਬ ਜੀ ਦੀ ਕਬਰ ਹੈ, ਇੱਥੇ ਤੁਸੀਂ ਸਤਿਕਾਰ ਨਹੀਂ ਕਰਦੇ। ਪਰ ਉਸ ਵੇਲੇ ਹੈਰਾਨ ਹੋਏ ਜਦੋਂ ਬਾਬਾ ਨਾਨਕ ਜੀ ਕੋਲ ਜਾ ਖੜੇ ਤੇ ਕਬਰ ਇੱਕ ਪਾਸਿਓਂ ਝੁਕ ਗਈ। ਅਜੇ ਸਤਿਗੁਰਾਂ ਨੇ ਅੰਦਰ ਵੜਨਾ ਹੀ ਕੀਤਾ ਸੀ, ਮੁਲਾਣੇ ਕਹਿ ਰਹੇ ਸੀ ਕਿ ਤੁਸੀਂ ਕਬਰ ਦਾ ਸਤਿਕਾਰ ਨਹੀਂ ਕਰਦੇ, ਆਦਰ ਨਹੀਂ ਕਰਦੇ। ਤੇ ਹੈਰਾਨ ਹੋ ਗਏ ਜਦੋਂ ਕਬਰ ਦਾ ਇੱਕ ਸਾਈਡ ਨੀਵੀਂ ਹੋ ਗਈ ਔਰ ਝੁਕਣ ਤੋਂ ਬਾਅਦ ਫਿਰ ਆਪਣੀ ਥਾਂ ਤੇ ਆ ਗਈ। ਵੇਖ ਕੇ ਹੈਰਾਨ ਹੋ ਗਏ ਮੁਕਾਮ ਦੇ ਵਿੱਚ।
ਇਹਨਾਂ ਨੇ ਸੁਣਿਆ ਹੋਇਆ ਸੀ ਕਿ ਮੱਕੇ ਦੇ ਵਿੱਚ ਕੋਈ ਪੰਜਾਬ ਤੋਂ ਨਨਕਾਣਾ ਸਾਹਿਬ ਤੋਂ ਨਾਨਕ ਨਾਮ ਦਾ ਫਕੀਰ ਆਇਆ, ਜਿਹਨੇ ਸਾਰੇ ਮੱਕੇ ਨੂੰ ਨਵਾ ਦਿੱਤਾ ਹੈ, ਭਾਵ ਸਾਰੇ ਮੱਕੇ ਵਾਸੀਆਂ ਨੂੰ ਗਿਆਨ ਦਿੱਤਾ ਹੈ, ਆਪਣੇ ਚਰਨੀ ਲਾਇਆ। ਇੱਥੋਂ ਤੱਕ ਕਿ ਮੱਕਾ ਵੀ ਘੁਮਾ ਦਿੱਤਾ ਸੀ। ਤੇ ਅੱਜ ਉਹਨਾਂ ਨੇ ਕਬਰ ਦੇ ਕੋਲ ਪਹੁੰਚੇ ਤੇ ਉਹ ਕਬਰ ਵੀ ਝੁਕ ਗਈ। ਤਾਂ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਝੁਕ ਕੇ ਬੇਨਤੀ ਕੀਤੀ ਕਿ ਮੁਹੰਮਦ ਸਾਹਿਬ ਦਾ ਮੁਕਾਮ ਹੈ, ਆਪ ਜੀ ਨੂੰ ਅਦਬ ਨਾਲ ਆਉਣਾ ਚਾਹੀਦਾ ਸੀ। ਆਪ ਜੀ ਖੜਾਵਾਂ ਪਾ ਕੇ ਆਏ, ਮੁਹੰਮਦ ਸਾਹਿਬ ਜੀ ਦੀ ਕਬਰ ਆਪ ਜੀ ਦੇ ਅੱਗੇ ਝੁਕ ਗਈ। ਇਸਲਾਮ ਦੇ ਵਿੱਚ ਵੀ 1,24,000 ਪੈਗੰਬਰ ਹੋਏ, ਖਲੀਫੇ ਹੋਏ। ਉਹਨਾਂ ਵਿੱਚੋਂ ਮੁਹੰਮਦ ਸਾਹਿਬ ਸਭ ਤੋਂ ਆਖਰੀ ਪੈਗੰਬਰ ਹੋਏ। ਜੇਕਰ ਉਹ ਤੁਹਾਡੇ ਅੱਗੇ ਝੁਕਦੇ ਹਨ ਤੇ ਅਸੀਂ ਵੀ ਤੁਹਾਡੀ ਸ਼ਰਨ ਵਿੱਚ ਹਾਂ। ਤਾਂ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਜਿਸ ਦੇ 17 ਪਦੇ ਹਨ, 17 ਅਸ਼ਟਪਦੀਆਂ ਹਨ। ਇਹਨਾਂ 17 ਪਦਿਆਂ ਦੇ ਸ਼ਬਦ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਫਿਰ ਗਿਆਨ ਦਿੰਦੇ ਹੈ। ਜਿੱਥੇ ਉਹਨਾਂ ਕਾਜ਼ੀਆਂ ਬੁਲਾਮਿਆਂ ਨੂੰ ਗਿਆਨ ਦਿੰਦੇ ਆ, ਉੱਥੇ ਸਾਨੂੰ ਵੀ ਦਿੰਦੇ ਹੈ ਕਿ ਮਤਾ ਕੋਈ ਜਾਣੇ ਕਿ ਮੈਂ ਇੱਥੇ ਪੱਕਾ ਹਾਂ। ਇੱਥੇ ਕੋਈ ਪੱਕਾ ਨਹੀਂ ਹੈ। ਦੇਖੋ ਮੁਹੰਮਦ ਸਾਹਿਬ ਵਰਗੇ ਪੈਗੰਬਰ ਵੀ ਸਰੀਰ ਕਰਕੇ ਚਲੇ ਗਏ, ਸਭ ਨੇ ਚਲੇ ਜਾਣਾ, ਤੁਸੀਂ ਕਿਹਨੂੰ ਮੁਕਾਮ ਕਹਿੰਦੇ ਹੋ? ਤਾਂ ਸ਼ਬਦ ਆਰੰਭ ਕਰਦੇ ਹਨ, ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੇ ਕੀ ਧੋਖ। ਇੱਕ ਪਾਸੇ ਦਾ ਬੰਦਾ ਕਹਿੰਦਾ ਹੈ ਮੇਰੀ ਕੋਠੀ ਹੈ, ਮੇਰਾ ਮਕਾਨ ਹੈ, ਮੇਰਾ ਮਹਿਲ ਹੈ, ਮੇਰਾ ਘਰ ਹੈ, ਪਰ ਅੰਦਰ ਇੱਕ ਧੋਖਾ, ਇੱਕ ਡਰ ਬਣਿਆ ਰਹਿੰਦਾ ਹੈ ਵੀ ਯਾਰ ਮੇਰੇ ਵੱਡੇ ਮਰ ਗਏ, ਮੈਂ ਵੀ ਮਰ ਜਾਊਂਗਾ ਤੇ ਮਕਾਨ ਇੱਥੇ ਹੀ ਰਹਿ ਜਾਣਾ ਹੈ। ਫਿਰ ਇਸ ਨੂੰ ਮੁਕਾਮ ਕਿਵੇਂ ਕਹੀਏ, ਪੱਕਾ ਕਿਵੇਂ ਕਹੀਏ? ਪ੍ਰੀਤਮ ਜੀ ਕਹਿੰਦੇ ਸੰਸਾਰ ਦੇ ਵਿੱਚ ਬਹੁਤ ਸਾਰੇ ਧਾਰਮਿਕ ਪੀਰ ਪੈਗੰਬਰ ਹੋਏ, ਅਵਤਾਰ ਹੋਏ, ਉਹ ਸਾਰੇ ਹੀ ਇੱਥੋਂ ਕੂਚ ਕਰ ਗਏ, ਚਲੇ ਗਏ। ਤੇ ਤੁਸੀਂ ਕਹਿੰਦੇ ਹੋ ਇਹ ਪੈਗੰਬਰ ਮੁਹੰਮਦ ਸਾਹਿਬ ਦਾ ਮੁਕਾਮ ਹੈ ਬਈ ਉਹ ਵੀ ਤਾਂ ਸਰੀਰ ਕਰਕੇ ਚਲੇ ਗਏ, ਉਹ ਵੀ ਇੱਥੇ ਨਹੀਂ ਰਹੇ। ਉਹਨਾਂ ਨੇ ਮਿੱਟੀ ਰੂਪੀ ਸਰੀਰ ਨੂੰ ਜਿਹੜਾ ਹੈ ਇਸ ਧਰਤੀ ਵਿੱਚ ਦਫਨਾ ਦਿੱਤਾ ਗਿਆ, ਨੱਪ ਦਿੱਤਾ ਗਿਆ ਹੈ। ਫਿਰ ਇਹ ਮੁਕਾਮ ਕਿਵੇਂ ਹੋਇਆ ਜਿੱਥੇ ਰੋਜ਼ਾਨਾ ਹੀ ਚੱਲਣ ਦਾ ਡਰ ਬਣਿਆ ਰਹਿੰਦਾ, ਜਿੱਥੇ ਰੋਜ਼ਾਨਾ ਹੀ ਦੁਨੀਆ 'ਚੋਂ ਜਾਣ ਦਾ ਖਤਰਾ ਪੈਦਾ ਰਹਿੰਦਾ, ਜਿੱਥੇ ਰੋਜ਼ਾਨਾ ਹੀ ਜੀਵ ਦੇ ਨਾਲ ਧੋਖਾ ਹੁੰਦਾ ਹੈ। ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਬੰਦਾ ਕੁਝ ਹੋਰ ਸੋਚਦਾ, ਬਣਦਾ ਕੁਝ ਹੋਰ ਹੈ। ਚਿਤਬਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਸੋਚਦਾ ਦੂਜਿਆਂ ਨਾਲ ਠੱਗੀ ਮਾਰਨ ਦਾ ਤੇ ਠੱਗੀ ਇਹਦੇ ਆਪ ਦੇ ਨਾਲ ਵੱਜ ਜਾਂਦੀ ਆ। ਇਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਇਹਨਾਂ ਘਰਾਂ ਨੂੰ, ਇਹ ਸੰਸਾਰ ਨੂੰ ਪੱਕਾ ਮਕਾਨ ਨਹੀਂ ਕਹਿ ਸਕਦੇ, ਇਹ ਇੱਕ ਸਰਾਂ ਹੈ। ਪੱਕਾ ਮਕਾਮ ਤਾਂ ਉਹ ਹੁੰਦਾ ਜਿੱਥੇ ਸਦਾ ਰਹੀਏ, ਪਰ ਪੱਕਾ ਪਤਾ ਸਾਨੂੰ ਕਿ ਅਸੀਂ ਇੱਥੇ ਸਦਾ ਨਹੀਂ ਰਹਿ ਸਕਦੇ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ। ਮੁਕਾਮ ਤਾਂ ਪਰ ਜਾਣੀਐ ਜਾਂ ਰਹਿ ਨਿਹਚਲ ਲੋਕ। ਦੱਸੋ ਦਾ ਕੋਈ ਪੱਕਾ ਹੈ ਇੱਥੇ? ਤੇ ਵੱਡੇ ਵੱਡੇ ਸਿਕੰਦਰ ਵਰਗੇ ਰਾਜੇ, ਰਾਵਣ ਵਰਗੇ ਰਾਜੇ ਜਿਹੜੇ ਕਹਿੰਦੇ ਅਸੀਂ ਮੌਤ ਨੂੰ ਵਸ ਕਰ ਲਿਆ, ਉਸ ਤੋਂ ਬਾਅਦ ਆ ਪਿਛਲੇ ਸਮਿਆਂ ਦੇ ਸਮਕਾਲੀ ਰਾਜੇ ਔਰ ਅੱਜ ਕੱਲ੍ਹ ਦੇ ਰਾਜੇ ਜਿਨ੍ਹਾਂ ਨੂੰ ਅਸੀਂ ਮੰਤਰੀ ਸੰਤਰੀ ਕਹਿੰਦੇ ਆ, ਇਹ ਕੋਈ ਵੀ ਦੁਨੀਆ ਵਿੱਚ ਰਹਿਣ ਵਾਲਾ ਨਹੀਂ, ਜਿਹੜੇ ਬੜੇ ਸੰਸਾਰ ਨੂੰ ਦੁੱਖ ਦੇ ਰਹੇ ਹਨ ਔਰ ਆਪਣੇ ਆਪ ਨੂੰ ਇੱਥੇ ਪੱਕਾ ਸਮਝਦੇ ਆ। ਤੇ ਕਾਲ ਹੈ ਜਿਹੜਾ ਉਹ ਕਿਸੇ ਨੂੰ ਛੱਡਦਾ ਨਹੀਂ। ਮੌਤ ਸਭ ਦੇ ਸਿਰ ਤੇ ਆਉਂਦੀ ਹੈ, ਕਿਸੇ ਦੀ ਪਹਿਲਾਂ, ਕਿਸੇ ਦੀ ਮਗਰੋਂ। ਇਸ ਕਰਕੇ ਇਹ ਸੰਸਾਰ ਦੇ ਵਿੱਚ ਜੇ ਕੋਈ ਚੀਜ਼ ਸਦਾ ਰਹਿਣ ਵਾਲੀ ਹੈ ਤਾਂ ਉਹ ਹੈ ਪਰਮੇਸ਼ਰ ਦਾ ਨਾਮ।
ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹਨਾਂ ਦਾ ਨਾਮ ਸਦਾ ਦੁਨੀਆ ਵਿੱਚ ਰਹਿੰਦਾ ਹੈ, ਜਿਹੜੇ ਸੰਸਾਰ ਦੇ ਵਿੱਚ ਨਾਮ ਜਪਦੇ ਹਨ ਉਹ ਸਦਾ ਦੁਨੀਆ ਵਿੱਚ ਰਹਿੰਦੇ ਹਨ। ਪਰਮੇਸ਼ਰ ਦਾ ਨਾਮ ਸਦਾ ਰਹਿੰਦਾ ਹੈ। ਬਾਕੀ ਸਭ ਦੁਨੀਆ ਆਉਣ ਜਾਣ ਵਾਲੀ ਹੈ। ਪਾਤਸ਼ਾਹ ਜੀ ਕਹਿੰਦੇ ਮੁਕਾਮ ਉਸ ਨੂੰ ਕਹੀਦਾ ਜਿੱਥੇ ਪੱਕਾ ਹੀ ਹੋਵੇ ਕਿ ਹੁਣ ਜਾਂਦੇ ਹੀ ਨਹੀਂ, ਤੇ ਉਹ ਕੇਵਲ ਤੇ ਕੇਵਲ ਹੈ ਸੱਚ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਹਮੇਸ਼ਾ ਰਹਿਣ ਵਾਲਾ ਹੈ, ਝੂਠ ਖਤਮ ਹੋਣ ਵਾਲਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਜਦੋਂ ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ। ਮੁਕਾਮ ਤਾਂ ਪਰ ਜਾਣੀਐ ਜਾਂ ਰਹਿ ਨਿਚਲ ਲੋਕ। ਦੁਨੀਆ ਕੈਸ ਮੁਕਾਮੇ। ਇਹ ਦੁਨੀਆ ਕੋਈ ਪੱਕਾ ਮੁਕਾਮ ਨਹੀਂ ਹੈ। ਫਿਰ ਪੱਕਾ ਮੁਕਾਮ ਹੈ ਕਿਤੇ? ਕਹਿੰਦੇ ਹਾਂ, ਕਰ ਸਿਦਕ ਕਰਨੀ ਖਰਚ ਵਾਧੋ। ਸਿਦਕ ਤੇ ਰਹੋ, ਆਪਣੇ ਸਿਦਕ ਰਹਿ ਕਰਕੇ ਜੀਵਨ ਬਤੀਤ ਕਰੋ। ਚੰਗੀ ਕਰਨੀ ਦਾ ਖਰਚਾ ਇਕੱਠਾ ਕਰੋ। ਮੈਂ ਦੱਸਦਾ ਤੁਹਾਡਾ ਪੱਕਾ ਮੁਕਾਮ ਕਿੱਥੇ ਹੈ। ਉੱਥੇ ਜਾਣ ਵਾਸਤੇ ਰਸਤੇ ਦਾ ਖਰਚਾ ਇਕੱਤਰ ਕਰੋ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਬੈਠ ਕੇ ਫਿਰ ਇਸ ਗੱਲ ਦੇ ਨਾਲ ਸਮਝਾਉਣਾ ਸ਼ੁਰੂ ਕਰਦੇ ਹਨ ਕਿ ਇੱਥੇ ਵਿਸ਼ੇਸ਼ ਕਰਕੇ ਪੱਕਾ ਕੋਈ ਵੀ ਨਹੀਂ ਹੈ। ਕੇਵਲ ਤੇ ਕੇਵਲ ਇੱਕ ਪਰਮੇਸ਼ਰ ਹੀ ਅਚਲ ਹੈ, ਜੋ ਕਦੇ ਜਾਂਦਾ ਨਹੀਂ, ਜੋ ਸਦਾ ਰਹਿਣ ਵਾਲਾ ਹੈ। ਇਹ ਦੁਨੀਆ ਅਸਥਿਰ ਨਹੀਂ ਹੈ। ਫਿਰ ਕਿਵੇਂ ਸਥਿਰ ਰਹੀਏ? ਤੇ ਪਾਤਸ਼ਾਹ ਕਹਿੰਦੇ ਭਾਈ ਕਰ ਸਿਦਕ ਕਰਨੀ ਖਰਚ ਬੰਧੋ। ਸਿਦਕ ਸਬਰ ਸੰਤੋਖ ਤੇ ਆਪਣਾ ਜੀਵਨ ਬਤੀਤ ਕਰੋ। ਸੱਚ ਦੇ ਨਾਲ ਜੁੜ ਕੇ ਜੀਵਨ ਬਤੀਤ ਕਰੋ। ਪਰਮੇਸ਼ਰ ਦੇ ਨਾਮ ਵਿੱਚ ਲੱਗੇ ਰਹੋ, ਜੁੜੇ ਰਹੋ, ਜਿਸ ਕਰਕੇ ਜੀਵ ਦੁਨੀਆ ਵਿੱਚ ਸਥਿਤ ਰਹਿ ਸਕਦਾ ਹੈ। ਜਿਵੇਂ ਅੱਜ ਅਸੀਂ ਭਗਤ ਕਬੀਰ ਸਾਹਿਬ ਹੋਰਾਂ ਨੂੰ ਜਾਣਦੇ ਹਾਂ, ਪਰ ਉਹਨਾਂ ਦੇ ਸਮਕਾਲੀ ਅਮੀਰਾਂ ਨੂੰ ਕੋਈ ਨਹੀਂ ਜਾਣਦਾਗਾ। ਬਥੇਰੇ ਚੌਧਰੀ ਨੰਬਰਦਾਰ ਹੋਏ ਹੋਣਗੇ। ਜਿਹੜੇ ਪਰਮੇਸ਼ਰ ਨਾਲ ਜੁੜ ਗਏ ਉਹ ਦੁਨੀਆ ਵਿੱਚ ਸਥਿਰ ਹੋ ਗਏ, ਭਾਵ ਦੁਨੀਆ ਉਹਨਾਂ ਨੂੰ ਅੱਜ ਜਾਣਦੀ ਹੈ। ਜਿਵੇਂ ਧਰੂਵ ਤੇ ਪ੍ਰਹਿਲਾਦ ਨੂੰ ਸਾਰੀ ਦੁਨੀਆ ਜਾਣਦੀ ਹੈ, ਜਿਨ੍ਹਾਂ ਨੇ ਨਾਮ ਨਾਲ ਜੁੜਨਾ ਕੀਤਾ। ਅੱਜ ਵੀ ਧਰੂਵ ਦੇ ਨਾਮ ਤੇ ਇੱਕ ਤਾਰੇ ਨੂੰ ਧਰੂਵ ਤਾਰਾ ਕਿਹਾ ਜਾਂਦਾ ਹੈ, ਭਾਵ ਜਿਵੇਂ ਉਹ ਧਰੂਵ ਤਾਰੇ ਦੇ ਦੁਆਲੇ ਸਾਰਾ ਬ੍ਰਹਿਮੰਡ ਘੁੰਮਦਾ ਹੈ, ਉਸੇ ਤਰ੍ਹਾਂ ਹੀ ਦੁਨੀਆ ਵਿੱਚ ਇੱਕ ਭਗਤ ਧਰੂਵ ਵੀ ਹੋਇਆ ਹੈ, ਜਿਸ ਨੇ ਸਾਰੇ ਬ੍ਰਹਿਮੰਡ ਨੂੰ ਬੰਨ੍ਹ ਲਿਆ ਸੀ। ਅੱਜ ਉਸ ਧਰੂਵ ਨੂੰ, ਪ੍ਰਹਿਲਾਦ ਨੂੰ ਦੁਨੀਆ ਜਾਣਦੀ ਹੈ। ਕਬੀਰ ਸਾਹਿਬ ਨੂੰ ਦੁਨੀਆ ਜਾਣਦੀ ਹੈ। ਜੇਕਰ ਦੁਨੀਆ ਵਿੱਚ ਸਥਿਤ ਰਹਿਣਾ ਚਾਹੁੰਦੇ ਹੋ ਤਾਂ ਪਰਮੇਸ਼ਰ ਦੇ ਨਾਮ ਨਾਲ ਜੁੜੋ, ਫਿਰ ਦੁਨੀਆ ਤੁਹਾਨੂੰ ਦੁਨੀਆ ਰਹਿੰਦੀ ਤੱਕ ਯਾਦ ਕਰੂਗੀ। ਕਰ ਸਿਦਕ ਕਰਨੀ ਖਰਚ ਬੰਧੋ, ਲਾਗ ਰਹੋ ਹਰ ਨਾਮੇ ਰਹਾਓ। ਅੱਗੇ ਪਾਤਸ਼ਾਹ ਸੰਸਾਰ ਦੇ ਹੋਰ ਵੀ ਲੋਕਾਂ ਦੀ ਗੱਲ ਕਰਦੇ ਨੇ, ਧਰਮਾਂ ਦੀ ਗੱਲ ਕਰਦੇ ਐ ਕਿ ਦੁਨੀਆ ਵਿੱਚ ਜੋਗੀ ਵੀ ਆਏ। ਜੋਗੀ ਤਾਂ ਆਸਨ ਕਰ ਵਹਿ, ਮੁੱਲਾ ਬਹਿ ਮੁਕਾਮ। ਜੋਗੀ ਜਿਹੜੇ ਹਨ ਉਹ ਆਪਣੇ ਸਥਾਨਾਂ ਨੂੰ ਕਹਿੰਦੇ ਆ ਇਹ ਸਾਡਾ ਪੱਕਾ ਥਾਂ ਹੈ। ਆਪ ਜੀ ਨੇ ਸਾਖੀ ਸੁਣੀ ਹੈ ਯੂਪੀ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਉੱਥੇ ਗਏ ਤਾਂ ਉੱਥੇ ਵੀ ਗੋਰਖਨਾਥ ਦਾ ਵਾਸਾ ਸੀ। ਗੋਰਖਨਾਥ ਦੇ ਲੋਕ ਵਸਦੇ ਸਨ, ਯੋਗੀ ਵਸਦੇ ਸਨ, ਔਰ ਉਹਨਾਂ ਯੋਗੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਨਾਲ ਈਰਖਾ ਕਰਨੀ ਸ਼ੁਰੂ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਬਹੁਤ ਵੱਡਾ ਪ੍ਰਚਾਰਕ ਹੈ, ਬਹੁਤ ਸਿਆਣਾ ਹੈ। ਸਾਰੀ ਦੁਨੀਆ ਨੂੰ ਇਹਨੇ ਆਪਦੇ ਮਗਰ ਲਾਇਆ ਹੋਇਆ, ਕਿਤੇ ਸਾਡੀ ਵੀ ਜਗ੍ਹਾ ਨੂੰ ਖਤਮ ਨਾ ਕਰ ਦੇਵੇ। ਪਰ ਧੰਨ ਗੁਰੂ ਨਾਨਕ ਦੇਵ ਜੀ ਤਾਂ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਏ ਆ। ਦੁਨੀਆ ਤਾਂ ਸਾਰੀ ਹੈ ਹੀ ਉਹਨਾਂ ਦੀ, ਉਹਨਾਂ ਨੇ ਕਿੱਥੇ ਕਬਜ਼ਾ ਕਰਨਾ ਤੇ ਕਿੱਥੇ ਛੱਡਣਾ।
जिस तरह मुल्तान के पीरां ने गुरु प्यारिओ सतगुरां दे अगे एक दुध का छन्ना भर के रख दिता। मतलब उन्होंने सवाल किया कि असी पहला ही इत्थे बहुत प्रचारक सीगे, संत महात्मा सी, ते तुहाडा इत्थे गल नहीं बननी, तुसी इत्थे कित्थे बैठोगे, तुहाडे लई थां नहीं है। ते बाबे नानक ने कहंदे एक चमेली का फुल कढ़िया अपने खीसे चों ते कढ़ के उस कौले दे छन्ने दे विच रख दिता। ना तो दुध डुलिया ते नाले उहदे विच कमल का फुल जिहड़ा अपना चमेली का फुल टेक गया, दुध डुलिया नहीं। भाव पातशाह ने इशारे का जवाब इशारे विच ही दे दिता कि कोई गल नहीं भाई, असी किहड़ा इत्थे कब्जा करना है, असी तां इदां ही समा बतीत कर जांगे जिवें आह चमेली का फुल छन्ने विच टेक गया है पर दुध नूं डोलिया नहीं। मेरे प्रीतम जी कहंदे जोगी तां आसन कर बहे जदों यूपी दे विच धन गुरु नानक देव जी महाराज गए तां उस वेले उन्हां जोगियां ने सतगुरां दे नाल बहुत ईरखा कीती, बहुत सारियां उत्थे कहानियां रचियां गईयां, बहुत सारियां गल्लां बातां होईयां। एक दिन वो कहन लगे ये साडा थां है। बाबा जी कहते ये तो परमेश्वर का थां है भाई, ये धरती सारी परमेश्वर के प्यारिਆਂ वास्ते बनी है, नाम जपण वास्ते बनी है, सगली धरती साधकी। पर ਇਹਦੇ ਵਿੱਚ तस्कर चोर ठग भी पैदा हो गए। ਤਾਂ ਹੁਣ ਕੀ ਹੋਇਆ, सतगुरु पातशाह जी बख्शिश करते हैं जब जोगियां ने सतगुरां नूं भरमाउण दे लई की कीता है, एक टोहा पट्टिया, खड्डा पट्टिया, उस खड्डे दे विच बच्चे नूं बिठा दिता एक नूं, ते बिठाउण तो बाद दूजे दिन तड़के बाबे नानक नाल चर्चा आरंभ कीती। ते चर्चा आरंभ करन तो बाद गुरु प्यारिओ वो कहंदे आ बोल धरतीए तू किहदी आ। ते वो बच्चा विच जिहड़ा बैठा सी धरती विच टोहा पट के उत्ते छत पा के कच्ची जी बिठाया सीगा, वो बच्चा अंदरों बोलिया मैं गोरख दी। दूजी बार फिर कहते धरतीए तू किहदी है, तो वो फिर कहना मैं गोरख दी। गोरख मत्ता है, इत्थे गोरख दी मत चलदी है, ये गोरख दी धरती है। धन गुरु नानक देव जी तीजी बार फिर पुछदे आ हुण दस तू किहदी है। जदों बच्चा बोलिया तो कहते हजे बोलण जोगा हैगा। इन्नी गल कहण दी देर सी कि वह बच्चा बेहोश हो गया, मुड़ के बोलिया ना। जोगियां ने बड़ा बुलाया, जोगियां दा पाज खुल गया। जद जोगियां ने गुरु प्यारिओ वो छत पट के बच्चे नूं बाहर कढ़िया तो बच्चा बेहोश हो गया सी। चलो सतगुर ने बच्चा ठीक कर दिता, गलती तो जोगियां दी सी। बच्चे नूं बाहर कढ़ण तो बाद फिर पातशाह कहने बोल धरती किहदी है। तो सारे जिन्ने दरख्त जीव जंतु पशु पंछी उथों आवाज़ां आउण लगियां, नानक मत्ता नानक मत्ता नानक मत्ता, मैं नानक दी धरती हाँ, मैं नानक दी धरती हाँ। इहो जोगियां नूं हराउणा कीता ते दसना कीता भी ये धरती नाम जपण वालियां वास्ते बनाई आ, सगली धरती साधकी। उत्थे गोरख मत्ते तो फिर उसका नाम बदल के नानक मत्ता हो गया गुरु प्यारे। उस तो बाद समा बतीत होया ते छेवें पातशाह जी का समा आया। उन्हां समियां दे विच उत्थे गुरु का सिख एक सेवा करदा सी, उस अस्थान ते प्रचार भी सिੱਖੀ ਦਾ ਕਰਦਾ ਸੀ, ਨਾਮ ਦਾ ਕਰਦਾ ਸੀ। ਤਾਂ ਹੁਣ ਕੀ ਹੋਇਆ, गुरु प्यारिओ इन्हां जोगियां ने फिर जाके उस सिख ते हमला किया और उत्थे कब्जा कर लिया। उस सिख नूं दुख देण लगे। उस सिख ने अरदासां करनियां शुरू कीतियां, महाराज किरपा करो, मैथों तुहाडा स्थान खोलिया है ते तुहाडे स्थान की बेअदबी कर रहे हैं। एक दिन तो उन्हां जोगियां ने हद ही मुका दी, कहंदे सोडा इत्थे की है। तो गुरु प्यारिओ सिख ने कहा ऐ देखो बाबे नानक की निशानी है पिपल का दरख्त, जिहड़ा उस वेले जोगियां ने उड़ा दिता सी, जिहदियां जड़ां बाहर आ गईयां सी, उड्डण लग्गिया सी। पर पातशाह कहने साडे हुंदे कित्थे चले आ। वो दरख्त उत्थे ही खड़ गया सी धरती तो बाहर आके।
ਤੇ ਫਿਰ ਜੋਗੀਆਂ ਦੇ ਕੋਲੋਂ ਉਹਦੀਆਂ ਜੜ੍ਹਾਂ ਤੇ ਮਿੱਟੀ ਪਵਾਈ ਸੀ ਵਠਲਾਂ ਦੇ ਨਾਲ। ਆ ਨਿਸ਼ਾਨੀ ਹੈ ਬਾਬੇ ਨਾਨਕ ਦੇ ਸਮੇਂ ਦੀ, ਉਹ ਚਰਚਾ ਦੀ, ਉਹ ਸਿੱਧ ਗੋਸ਼ਟ ਦੀ। ਤਾਂ ਉਹਨਾਂ ਜੋਗੀਆਂ ਨੇ ਉਹ ਪਿੱਪਲ ਦੇ ਦਰਖਤ ਨੂੰ ਅੱਗ ਲਾ ਦਿੱਤੀ। ਕਹਿੰਦੇ ਅਸੀਂ ਪਹਿਲਾਂ ਇਸੇ ਨੂੰ ਖਤਮ ਕਰਦੇ ਹਾਂ। ਤੇ ਜਦੋਂ ਉਹ ਸਿੱਖ ਨੇ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਯੂਪੀ ਦੇ ਵਿੱਚ ਗਏ ਫੌਜਾਂ ਸਮੇਤ। ਬਹੁਤ ਸਾਰੀਆਂ ਸਿੱਖ ਸੰਗਤਾਂ ਘੋੜ ਸਵਾਰ ਫੌਜਾਂ ਨਾਲ ਹੈ। ਤੇ ਜਦੋਂ ਪਹੁੰਚੇ ਤੇ ਜੋਗੀ ਦੇਖ ਕੇ ਡਰ ਗਏ ਵੀ ਇਹ ਤਾਂ ਬਈ ਇਹਨਾਂ ਦਾ ਕੋਈ ਗੁਰੂ ਆ ਗਿਆ, ਮਾਲਕ ਆ ਗਿਆ ਹੈ। ਤਾਂ ਉਸ ਨੂੰ ਫਿਰ ਦੁਬਾਰਾ ਕਾਇਮ ਕੀਤਾ। ਸਤਿਗੁਰ ਨੇ ਇੱਕ ਜਲ ਜਿਹਦੇ ਵਿੱਚ ਚੰਦਨ ਦਾ ਘੋਲ ਪਾਇਆ ਗਿਆ ਤੇ ਉਹਦੇ ਛਿੱਟੇ ਜਲ ਮਾਰੇ ਉਸ ਪਿੱਪਲ ਤੇ, ਕਹਿੰਦੇ ਉਹ ਫਿਰ ਹਰਾ ਭਰਾ ਹੋ ਗਿਆ। ਔਰ ਜਿੰਨੇ ਪੱਤੇ ਅੱਜ ਨਵੇਂ ਵੀ ਨਿਕਲਦੇ ਆ ਤੁਸੀਂ ਉਹਨਾਂ ਤੇ ਲਾਲ ਰੰਗ ਦੇ ਦਾਗ ਦੇਖੋਗੇ, ਉਹ ਚੰਦਨ ਦੇ ਦਾਗ ਆਉਂਦੇ ਨੇ। ਅੱਜ ਵੀ ਉਹ ਪਿੱਪਲ ਜਿਹੜਾ ਸ਼ਾਦੀ ਭਰਦਾ ਹੈ ਕਿ ਇਹ ਗੁਰੂ ਨਾਨਕ ਦਾ ਥਾਂ ਹੈ। ਕੋ ਸਤਨਾਮ ਸ੍ਰੀ। ਹਾਂ ਸਿੱਖਾ, ਬਾਪੂ ਦਾ ਘਰ ਤੇਰਾ ਹੀ ਘਰ ਹੈ। ਸਗਲੀ ਧਰਤੀ ਸਾਧ ਕੀ ਤਸਕਰ ਵੈਸੇ ਆਏ, ਪਰ ਇਸ ਧਰਤੀ ਦੇ ਕਈ ਚੋਰ ਲਟੇਰੇ ਡਾਕੂ ਠੱਗ ਵੀ ਪੈਦਾ ਹੋ ਜਾਂਦੇ ਆ, ਮਾੜੇ ਲੋਕ ਵੀ ਪੈਦਾ ਹੋ ਜਾਂਦੇ ਆ, ਲੋਕਾਂ ਨੂੰ ਦੁੱਖ ਦੇਣ ਵਾਲੇ। ਪਰ ਸਮੇਂ-ਸਮੇਂ ਤੇ ਪਰਮੇਸ਼ਰ ਉਹਨਾਂ ਦਾ ਖਾਤਮਾ ਵੀ ਕਰਦਾ ਹੈ। ਜਿਸ ਤਰ੍ਹਾਂ ਸਮੇਂ-ਸਮੇਂ ਤੇ ਮਾੜੀਆਂ ਸਰਕਾਰਾਂ ਵੀ ਪੈਦਾ ਹੋਈਆਂ। ਰਾਜੇ ਸਿਕੰਦਰ ਵਰਗਿਆਂ ਨੇ ਸਾਰੇ ਸੰਸਾਰ ਤੇ ਕਬਜ਼ਾ ਕਰਨਾ ਚਾਹਿਆ, ਲੇਕਿਨ ਜਦੋਂ ਪੰਜਾਬ ਤੱਕ ਪਹੁੰਚਿਆ ਤੇ ਉਸ ਦਾ ਖਾਤਮਾ ਹੋ ਗਿਆ। ਗੁਰੂ ਪਿਆਰਿਓ, ਭਾਰਤ ਵਿੱਚ ਆ ਕੇ ਉਹਨਾਂ ਨੂੰ ਇਹ ਪੰਜਾਬ ਦੇ ਲੋਕਾਂ ਨੇ ਜੋ ਮਹਾ ਪੰਜਾਬ ਹੁੰਦਾ ਸੀ ਸਮੇਤ ਨਨਕਾਣਾ ਸਾਹਿਬ ਦੇ, ਉਦੋਂ ਵੰਡ ਨਹੀਂ ਸੀ ਹੋਈ ਕੋਈ। ਤਾਂ ਗੁਰੂ ਪਿਆਰਿਓ, ਇਸੇ ਤਰ੍ਹਾਂ ਹੀ ਹੋਣ ਤੋਂ ਬਾਅਦ ਵੀ ਅਨੇਕਾਂ ਰਾਜਿਆਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਸਾਰੀ ਦੁਨੀਆ ਤੇ ਮੇਰਾ ਕਬਜ਼ਾ ਹੋਵੇ, ਪਰ ਉਹਨਾਂ ਦੀ ਇਹ ਹਸਰਤ ਪੂਰੀ ਨਹੀਂ ਹੋਈ। ਅੱਜ ਵੀ ਐਸੀਆਂ ਸਰਕਾਰਾਂ ਐਸੀਆਂ ਕੁਝੀਆਂ ਹਰਕਤਾਂ ਕਰਦੀਆਂ, ਸੰਸਾਰ ਨੂੰ ਆਪਣੀ ਮੁੱਠੀ ਵਿੱਚ ਇਕੱਠਾ ਕਰਨ ਦੀਆਂ। ਪਰ ਸ਼ੱਕ ਹੈ ਦੇ ਮੁਕਾਮ ਕਿਸੇ ਦਾ ਨਹੀਂ, ਇਹ ਦੁਨੀਆ ਕਿਸੇ ਦੀ ਨਹੀਂ, ਇਹ ਤਾਂ ਪਰਮੇਸ਼ਰ ਦੀ ਹੈ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੇ ਕੀ ਧੋਖ ਹੋਏ, ਮੌਤ ਤਾਂ ਸਿਰ ਤੇ ਕੂਕਦੀ ਹੈ। ਰੋਜ਼ਾਨਾ ਡਰ ਬਣਿਆ ਰਹਿੰਦਾ, ਹੁਣ ਵੀ ਮਰੇ ਕੱਲ ਨੂੰ ਮਰੇ, ਤੇ ਮਰਨਾ ਤਾਂ ਹੈਗਾ ਹੀ ਆ। ਮੁਕਾਮ ਤਾਂ ਪਰ ਜਾਣੀ ਹੈ ਜਾਂ ਰਹਿ ਨੇਚਰ ਲੋਕ, ਇੱਕੋ ਹੀ ਪੱਕਾ ਮੁਕਾਮ ਹੈ। ਉਹ ਸੱਚਖੰਡ ਪਰਮੇਸ਼ਰ ਦਾ ਘਰ ਹੈ, ਜਿੱਥੇ ਸਦਾ ਰਹਿ ਸਕਦੇ ਹਾਂ। ਉੱਥੇ ਰਹਿਣ ਵਾਸਤੇ ਕਰ ਸਿਦਕ ਕਰਨੀ, ਖਰਚ ਵਾਧੋ, ਸਿਦਕ ਦੇ ਨਾਲ ਜੀਵਨ ਬਤੀਤ ਕਰੋ। ਚੰਗੀ ਕਰਨੀ ਕਰੋ, ਨੇਕੀ ਕਰ ਦਰਿਆ ਮੇ ਡਾਲ, ਚੰਗੇ ਕੰਮ ਕਰੋ। ਕਰ ਸਿਦਕ ਕਰਨੀ, ਖਰਚ ਬੰਦੋ, ਲਾਗ ਰਹੋ ਹਰ ਨਾਮੇ, ਹਰੀ ਦੇ ਨਾਮ ਨਾਲ ਜੁੜੇ ਰਹੋ। ਰਹਾਓ ਜੋਗੀ ਤਾਂ ਆਸਨ ਕਰ ਵਹੇ, ਮੁੱਲਾ ਵਹੇ ਮੁਕਾਮ। ਜੋਗੀ ਕਹਿੰਦੇ ਇਹ ਸਾਡਾ ਥਾਂ ਹੈ, ਸਾਡਾ ਟਿੱਲਾ ਹੈ, ਸਾਡੇ ਵੱਡਿਆਂ ਦਾ ਥਾਂ ਹੈ। ਔਰ ਮੁਲਾਣੇ ਕਹਿੰਦੇ ਦੇਖੋ ਇਹ ਮੁਹੰਮਦ ਸਾਹਿਬ ਦੀ ਕਬਰ ਹੈ, ਤੁਸੀਂ ਸਣੇ ਖੜਾਵਾਂ ਅੰਦਰ ਆ ਗਏ। ਤਾਂ ਗੁਰੂ ਪਿਆਰਿਓ, ਇਸੇ ਤਰ੍ਹਾਂ ਜਿਹੜੇ ਪੰਡਿਤ ਹਨ ਉਹ ਪੋਥੀਆਂ ਲੈ ਕੇ ਕਈ ਥਾਵਾਂ ਤੇ ਕਬਜ਼ਾ ਕਰਕੇ ਬੈਠੇ ਹਨ। ਪੰਡਿਤ ਬਖਾਣਾ ਪੋਥੀਆਂ, ਸਿੱਧ ਵਹਿ ਦੇਵ ਸਥਾਨ। ਪੰਡਿਤ ਪੋਥੀਆਂ ਲੈ ਕੇ ਗੀਤਾ ਦੇਵ ਵੇਦਾਂ ਸੁਰਤੀਆਂ ਸਿਮਰਤੀਆਂ ਨੂੰ ਵਖਾਣੇ ਉਚਾਰਦੇ ਹਨ। ਸਿੱਧ ਲੋਕ ਦੇ ਦੇਵਤੇ ਲੋਕ ਹੈ ਜਿਹੜੇ ਹਨ, ਉਹ ਪਹਾੜਾਂ ਦੇ ਉੱਪਰ ਬੈਠ ਕੇ ਆਪਣੇ ਆਪ ਨੂੰ ਅਚਲ ਸਮਝਦੇ ਹੈ। ਭਾਵ ਹਰੇਕ ਬੰਦਾ ਜਿਹੜਾ ਮਰ ਗਿਆ ਨਾ, ਉਹ ਤਾਂ ਮਰ ਗਿਆ, ਜਿਹੜਾ ਹਲੇ ਜਿਉਂਦਾ ਉਹ ਕਹਿੰਦਾ ਮੈਂ ਨਹੀਂ ਮਰਦਾ। ਕਹੋ ਸਤਨਾਮ ਸ੍ਰੀ। ਅਵਰ ਮਰਦ ਮਾਇਆ ਮਨ ਤੋਲੇ, ਉਹ ਮਰ ਗਿਆ ਤੇ ਦੂਜਾ ਕਹਿੰਦਾ ਹੁਣ ਇਹ ਸਮਾਨ ਮੇਰਾ ਹੋ ਗਿਆ, ਉਹ ਕੱਲ ਨੂੰ ਤੈਥੋਂ ਵੀ ਛਡਾ ਲੈਣਾ, ਤੂੰ ਵੀ ਬਹੁਤਾ ਚਿਰ ਨਹੀਂ ਰਹਿਣ ਵਾਲਾ। ਕਹੋ ਸਤਨਾਮ ਸ੍ਰੀ। ਅਵਰ ਮਰਦ ਮਾਇਆ ਮਨ ਤੋਲੇ, ਤੇ ਜਿਹੜਾ ਕਿਸੇ ਦੇ ਮਰਨ ਤੋਂ ਬਾਅਦ ਇਹ ਸੋਚਦਾ ਕਿ ਸਮਾਨ ਮੇਰਾ ਹੋ ਗਿਆ, ਬਾਬਾ ਜੀ ਕਹਿੰਦੇ ਤਉ ਭਗ ਮੁਖ ਜਨਮ ਬਿਲੋਵੇ, ਤਾਂ ਉਹ ਟੇਢੀਆਂ ਜੂਨਾਂ ਵਿੱਚ ਭਗ ਕਹਿੰਦੇ ਆ ਜੰਮਣ ਮਰਨ ਦੇ ਥਾਂ ਨੂੰ। ਕਹਿੰਦੇ ਜੰਮਣ ਤਾਂ ਮਰਨ ਦੇ ਵਿੱਚ ਫਿਰ ਪੈ ਜਾਂਦਾ ਹੈ। ਕਹੋ ਸਤਨਾਮ ਸ੍ਰੀ। ਕਿਉਂਕਿ ਮਰਨਾ ਉਹਨੇ ਵੀ ਹੈ, ਬਚਣਾ ਇੱਥੇ ਕਿਸੇ ਨੇ ਵੀ ਨਹੀਂਗਾ। ਕੁਝ ਸਮੇਂ ਲਈ ਆਏ, ਪਰਮੇਸ਼ਰ ਨੇ ਭੇਜੇ ਨਾਮ ਜਪਣ ਲਈ, ਪਰ ਬੰਦਾ ਨਾਮ ਨਹੀਂ ਜਪਦਾ। ਕਹੋ ਸਤਨਾਮ ਸ੍ਰੀ। ਧਿਆਨ ਦਿਓ, ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ,
ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ। ਇੱਥੇ ਵੱਡੇ ਵੱਡੇ ਦੇਵਤੇ ਕਹਾਉਣ ਵਾਲੇ, ਗੋਰਖਨਾਥ ਵਰਗੇ ਸਿੱਧ ਕਹਾਉਣ ਵਾਲੇ ਗਣ ਬੇਅੰਤ, ਗੰਧਰਵ ਦੇਵਲੋਕ ਦੇ ਰਾਗੀ, ਮੁਨ ਜਨ ਰਿਸ਼ੀ ਮੁਨੀ, ਮੁਨ ਰਿਸ਼ੀ ਤੇ ਜਨ ਉਹਨਾਂ ਦੇ ਸੇਵਕ, ਸ਼ੇਖ ਮੁਸਲਮਾਨੀ ਮਤ ਵਿੱਚ ਵੱਡੇ ਵੱਡੇ ਸ਼ੇਖ, ਪੀਰ ਸਲਾਰ। ਸਲਾਰ ਹੁੰਦੇ ਹਨ ਸਿਪਾ ਸਲਾਰ, ਫੌਜਾਂ ਦੇ ਜਰਨੈਲ, ਜਿਨ੍ਹਾਂ ਨੂੰ ਇਹ ਹੰਕਾਰ ਹੁੰਦਾ ਕਿ ਸਾਡੀ ਬੜੀ ਫੌਜ ਹੈ। 1 ਲੱਖ ਬੂਟ ਸਗਾ 1.25 ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ। ਉਹ ਰਾਵਣ ਜਿਸ ਦੇ 1 ਲੱਖ ਪੁੱਤਰ ਤੇ 1.25 ਲੱਖ ਪੋਤਰੇ ਦੋਤਰੇ ਸੀ, ਉਹਦੇ ਘਰੇ ਅੱਜ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆਗਾ। ਤੂੰ ਕਾਹਦਾ ਹੰਕਾਰ ਕਰਦਾ ਹੈ ਕਿ ਮੈਂ ਨਹੀਂ ਮਰੂੰਗਾ, ਤੇਰੇ ਵਰਗੇ 3900 ਹੋ ਕੇ ਤੁਰ ਗਏ ਇੱਥੋਂ। ਕੋ ਸਤਨਾਮ ਸ੍ਰੀ ਬਾਬਾ ਜੀ ਕਹਿੰਦੇ, ਸ਼ੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ। ਇਹ ਦੁਨੀਆ ਦੇ ਦਰ ਤੋਂ ਚਲੇ ਗਏ, ਉੱਠ ਕੇ ਕੂਚ ਕਰ ਗਏ। ਅਵਰੇ ਪੇ ਚੱਲਣ ਹਾਰ, ਜਿਹੜੇ ਪਿੱਛੇ ਬੈਠੇ ਆ ਇਹ ਵੀ ਤਿਆਰ ਹੈ, ਆਪਣਾ ਬਿਸਤਰਾ ਗੋਲ ਹੀ ਸਮਝੋ। ਕੋ ਸਤਨਾਮ ਸ੍ਰੀ, ਇਹ ਵੀ ਤਿਆਰ ਹਨ ਚੱਲਣ ਨੂੰ। ਸੁਲਤਾਨ ਖਾਨ ਮਲੂਕ ਉਮਰੇ, ਸੰਸਾਰ ਦੇ ਵਿੱਚੋਂ ਵੱਡੇ ਵੱਡੇ ਸੁਲਤਾਨ ਖਾਨ ਤਾਂ ਗੁਰੂ ਪਿਆਰਿਓ ਦੁਨੀਆ ਦੇ ਵਿੱਚ ਆਏ ਤੇ ਚਲੇ ਗਏ, ਜਿਨ੍ਹਾਂ ਨੂੰ ਪੈਗੰਬਰ ਬਣਾ ਕੇ ਭੇਜਿਆ ਸੀ। 70 ਸੈ ਸਲਾਰ ਹੈ ਜਾ ਕੇ ਕਹਿਣ ਲੱਗੇ ਦੁਨੀਆ ਵਿੱਚ 70 ਰਿਸ਼ਤੇ ਚੱਲ ਰੱਖੇ ਹੋਏ ਸਨ ਜਿਨ੍ਹਾਂ ਨੇ, ਉਹ ਵੀ ਚਲੇ ਗਏ, ਉਹ ਵੀ ਪਹੁੰਚ ਗਏ, ਇੱਥੋਂ ਤੁਰ ਗਏ ਹਨ। ਘੜੀ ਕੇ ਮੋਹਤ ਕੇ ਚੱਲਣਾ ਤੇ ਮਣਾ ਰਹਿਣਾ ਤੂੰ ਵੀ ਨਹੀਂ ਜਿਹੜਾ ਬੋਲ ਰਿਹਾ ਹੈ। ਕੋ ਸਤਨਾਮ। ਬਾਬਾ ਨਾਨਕ ਜੀ ਜਿੱਥੇ ਦੁਨੀਆ ਨੂੰ ਸਮਝਾਉਂਦੇ ਐ, ਉੱਥੇ ਆਪਦੇ ਉੱਤੇ ਲਾ ਕੇ ਵੀ ਗੱਲ ਕਰਦੇ ਐ ਕਿ ਮਨਾ ਰਹਿਣਾ ਤੂੰ ਵੀ ਨਹੀਂ ਇੱਥੇ। ਘੜੀ ਕੇ ਮੋਹਤ ਕੇ ਚੱਲਣਾ ਦਿਲਾ, ਸਮਝ ਤੂੰ ਪੇ ਪਹੁੰਚ, ਸਮਝ ਲਾ ਤੇਰਾ ਵੀ ਸਮਾਂ ਆ ਗਿਆ। ਉਹ ਮੌਲਾਨੇ ਕਹਿੰਦੇ ਸੀ ਨਾ, ਇਹ ਸਾਡਾ ਮੁਕਾਮ ਹੈ, ਇਹ ਮੁਹੰਮਦ ਸਾਹਿਬ ਦੀ ਕਬਰ ਹੈ ਮਦੀਨੇ ਦੇ ਵਿੱਚ, ਤੇ ਤੁਸੀਂ ਸਣੇ ਖੜਾਵਾਂ ਅੰਦਰ ਆ ਗਏ। ਬਾਬਾ ਜੀ ਕਹਿੰਦੇ ਮਕਾਮ ਕਿਸੇ ਦਾ ਵੀ ਪੱਕਾ ਨਹੀਂ ਇੱਥੇ। ਕੋ ਸਤਨਾਮ ਸ੍ਰੀ। ਜਦ ਉਹਨਾਂ ਦੇ ਸਾਹਮਣੇ ਕਹਿੰਦੀ ਉਹ ਕਬਰ ਵੀ ਇੱਕ ਪਾਸਿਓਂ ਨੀਵੀਂ ਹੋ ਗਈ, ਜਿਹੜਾ ਬਣਾਈ ਸੀ ਨਾ ਕਬਰ ਉੱਤੇ ਆਪਾਂ ਸਮੈਂਟਡ ਕਰ ਦਿੰਦੇ ਆ ਉਸ ਨੂੰ, ਉਹ ਕਬਰ ਜਿਹੜੀ ਸੀ ਬਾਬੇ ਨਾਨਕ ਨੂੰ ਦੇਖ ਕੇ ਜਿੱਧਰ ਬਾਬਾ ਨਾਨਕ ਖੜਾ ਉਧਰੋਂ 1 ਫੁੱਟ ਝੁਕ ਗਈ ਥੱਲੇ, ਤੇ ਹੈਰਾਨ ਹੋ ਗਏ ਉਹ ਮੌਲਾਨੇ ਵੀ ਯਾਰ ਪੱਥਰ ਦੀ ਕਬਰ ਝੁਕ ਗਈ ਤਾਂ ਫਿਰ ਬੰਦਾ ਤੈਨੂੰ ਵੀ ਪੱਥਰ ਤੋਂ ਮੋਮ ਬਣ ਜਾਣਾ ਚਾਹੀਦਾ। ਫਿਰ ਉਹ ਮੌਲਾਨੇ ਵੀ ਪੈਰੀ ਪੈ ਗਏ ਬਾਬੇ ਨਾਨਕ ਦੇ ਸਾਰੇ ਕਾਜੀ। ਫਿਰ ਉਹਨਾਂ ਨਾਲ ਵਿਚਾਰ ਚਰਚਾ ਹੋਈ ਆ, ਜਿੱਥੇ ਸ਼ਬਦ ਉਚਾਰਿਆ ਗਿਆ ਹੈ ਮਦੀਨੇ ਦੀ ਕਬਰ ਦੇ ਵਿੱਚ। ਕਹੋ ਸਤਨਾਮ। ਮਦੀਨੇ ਦੀ ਉਸ ਕਬਰ ਵਾਲੇ ਥਾਂ ਤੇ ਉਸ ਮਕਾਨ ਦੇ ਵਿੱਚ ਪ੍ਰੀਤਮ ਜੀ ਕਹਿੰਦੇ ਘੜੀ ਕੇ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪਹੁੰਚ। ਸੋਚੋ ਆਪਣੇ ਦਿਲ ਦੇ ਵਿੱਚ ਕਿ ਆਪਾਂ ਸਭ ਨੇ ਦੁਨੀਆ ਛੱਡ ਜਾਣੀ ਆ, ਛੱਡ ਜਾਣ ਤੋਂ ਪਹਿਲਾਂ ਕੀ ਕਰੀਏ। ਸ਼ਬਦਾਂ ਮਾਹੇ ਵਖਾਣੀਐ, ਬਿਰਲਾ ਤਾਂ ਬੂਝੈ ਕੋਏ। ਸਤਿਗੁਰਾਂ ਨੇ ਆਪਣੇ ਬਚਨਾਂ ਵਿੱਚ ਦੱਸਿਆ ਸਾਨੂੰ, ਪਰ ਇਹਨਾਂ ਨੂੰ ਬਿਰਲੇ ਹੀ ਸਮਝਦੇ ਹਨ। ਵੇਦ ਸ਼ਾਸਤਰ ਗ੍ਰੰਥ ਵਿਖਿਆਨ ਕਰ ਕਰਕੇ ਸਾਨੂੰ ਦੱਸਦੇ ਹਨ ਕਿ ਇਹ ਦੁਨੀਆ ਬਹੁਤਾ ਸਮਾਂ ਰਹਿਣ ਵਾਲੀ ਨਹੀਂ ਹੈ। ਉਪਦੇਸ਼ ਕਰੀਏ, ਕੋਈ ਬਿਰਲਾ ਅਧਿਕਾਰੀ ਸਮਝਦਾ ਹੈ ਕਿ ਨਾਨਕ ਬਖਾਣਾ ਬੇਨਤੀ ਜਲ ਥਲ ਮਈਲ ਸੋਏ। ਕੀ ਸਮਝਦਾ ਹੈ ਕਿ ਹਰ ਥਾਂ ਤੇ ਕੇਵਲ ਇੱਕ ਪਰਮੇਸ਼ਰ ਹੀ ਰਹਿਣ ਵਾਲਾ ਹੈ, ਬਾਕੀ ਸਭ ਜਾਣ ਵਾਲੇ ਹੈ। ਕੋ ਸਤਨਾਮ। ਇਹ ਦੁਨੀਆ ਮੇਲਾ ਹੈ, ਕੋਈ ਕਿਸੇ ਦੇ ਹੱਥ 'ਚ ਫੜਿਆ ਹੋਇਆ ਨਹੀਂ। ਤੁਸੀਂ ਜਿਸ ਨੂੰ ਬਹੁਤ ਪਿਆਰ ਕਰਦੇ ਹੋ ਤੇ ਜਦੋਂ ਮਰਨ ਕਿਨਾਰੇ ਹੁੰਦਾ ਉਹਨੂੰ ਰੋਕ ਕੇ ਵਿਖਾਓ। ਫਿਰ ਨਹੀਂ ਰੋਕ ਸਕਦੇ ਆਪਾਂ ਕਿਸੇ ਨੂੰ ਮਰਨ ਤੋਂ। ਸਾਡੀ ਬੁੱਕਲ ਦੇ ਵਿੱਚ ਪਿਆ ਪਿਆ ਮਰ ਜਾਂਦਾ, ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਂਦਾ। ਕੋ ਸਤਨਾਮ ਸ੍ਰੀ। ਆਖਰੀ ਸਵਾਸ। ਭਾਵ ਕੋਈ ਕਿਸੇ ਨੂੰ ਰੋਕ ਨਹੀਂ ਸਕਦਾਗਾ। ਸਭ ਨੇ ਦੁਨੀਆ ਵਿੱਚੋਂ ਜਾਣਾ ਹੈ
केवल ते केवल जे कोई रहन वाला है वो है परमेश्वर दा नाम। नाम रहियो साधु रहियो, रहियो गुर गोबिंद, कहो नानके जगत में किन जपियो गुरमंत। आओ उस दे नाल जुड़िए। बाबा जी मदीने विच बैठ के मुसलमानां नूं ज्ञान दिंदे होए उन्हां दे शब्दां दी वरतों करदे आ, क्योंकि बंदे नूं उसे दी बोली भी समझाया जावे ते सौखी समझ आ जाती है। जे हरियाणे वालिਆਂ नाल गल करनी पैंदी है तो सानूं हिंदी च करनी पैंदी है, पंजाबियां नाल पंजाबी च करनी पैंदी है, अंग्रेज़ां नाल अंग्रेजी च करनी पैंदी है। हुण सतगुरु पातशाह जी पहुंचे हुए ने मदीने च, सामने बैठे हैं मुसलमान मुलाणे काजी वीर, उन्हां नूं ज्ञान दिंदे, फिर उन्हां दी ही बोली दे शब्द वरतदे आ। की कहंदे? अल्लाह अलख अगम कादर। वो जिहड़ा अल्लाह है पाक पवित्र है। अल्लाहो आओ ओही लाहा लैण दे जोग है जिन्हों लखना बड़ा औखा है। अल्लाहो अलख जिहड़ा लखिया नहीं जा सकदा। अगम जिहड़ा साडी पहुंच तो परे है, जिथे जाके साडी बुद्धि भी रुक जाती है, जिथे साडी बुद्धि भी काम नहीं करती, उसनूं समझण कोई लग जावे ना, बुद्धि भी काम नहीं करती उत्थे जाके, उदों भी परे। अगम हुंदा परे तो परे जिहड़ा है, मन की गमता तो परे जिहड़ा है, जिथे ये इंद्रियां दी पहुँच नहीं है, हत्थां पैरां दी शरीर की पहुँच नहीं, उदों भी परे उस परमेश्वर का बसा। अलख अगम कादर। कादर हुंदा सृष्टि नूं रचण वाला। कुदरत सृष्टि है, कादर इहदा मालक। इसे नूं मूल मंत्र विच लिखिया करता पुरख। इसे नूं गुरु प्यारिओ मुसलमानी मत विच लिखिया जांदा करीम। इसे नूं ही हिंदू मत विच करन वाला साजन वाला कहा जाता है। इस करके वो कर्म बख्शी बख्शिश करन वाला करीम, सानू सजा के साज के बना के अनेका कर्म रहमत करन वाला, केवल ओहो ही रुकन वाला है, बाकी सब दुनिया आउण जाण वाली है। सब दुनिया आवन जावनी मुकाम एक रहीम। तुसी ध्यान दिओ, थोड़ी गल समझण वाली आ। मैं पिछे बैठे बच्चे नूं कहा कि मोबाइल बंद करके जा ध्यान दे, जा बाहर चलिया जाए उठ के, ध्यान दिओ। दरबार साहिब च बैठण का फायदा की जे इत्थे बैठ के मोबाइल ही चलाउणा। बैठो, जाना नहीं होना, मोबाइल जेब च पा के बैठो। तां गुरु प्यारिओ ध्यान दिओ। हुण की होया, धन गुरु भगत कबीर साहब जी महाराज एक दिन एक चक्की दे कोल बैठे, और चक्की नूं माता चला रही है, ਉਹਦੇ ਵਿੱਚ दाने पा रही है, और पीस पीस के आटा बन के चक्की चों बाहर निकलता जा रहा है। कहो सतनाम श्री। ते कबीर साहब जी उस चक्की नूं देख करके की कहंदे? कबीर चलती चाकी देख के दिया कबीरा रोए। चलती चाकी देख के दिया कबीरा रोए। क्यों? क्योंकि दो पाटों के बीच में साबत बचा न कोई। जिन्ने दाने पै गए दोआ पत्थरां विच आके पिस गए, खत्म हो गए, आटा बन गया। को सतनाम श्री। दूर खड़े देख रहे सी कि माई दाने पा रही है और आटा बनता जा रहा है, पिसदे जा रहे है। असल विच दुनिया भी इसे तरह द्वैत दे दो पट्टां विच आके, दो पत्थरां विच आके पिसदी जा रही है। फिर थोड़ा नेड़े गए चक्की दे, कहते वेखिए भला कोई बचिया कि नहीं। जद नेड़े गए तो चक्की दे दोनों पत्थरां दे विचाले एक किल्ली लगी हुंदी है। हेठला पत्थर फिक्स हुंदा है, उतला पत्थर जिहड़ा वो घुमदा है। हेठले पत्थर दे सेंटर विच एक लोहे की किल्ली फिट कीती हुंदी है, उतला पत्थर उस किल्ली दे दुआले घुमदा। कबीर साहब ने उत्तों निगाह मारी आ किल्ली दे वल, ते की देखदे आ कुछ दाने किल्ली दे नाल लग गए हन।
ਪੱਥਰਾਂ ਦੇ ਵਿਚਾਲੇ ਨਹੀਂ ਗਏ। ਕੁਝ ਦਾਣੇ ਉਹ ਕਿੱਲੀ ਦੇ ਕੋਲ ਖੜ ਗਏ ਔਰ ਉਹ ਦਾਣੇ ਪਿਸਣ ਤੋਂ ਬਚ ਗਏ। ਇੱਥੇ ਕਿੱਲੀ ਤੋਂ ਭਾਵ ਪਰਮੇਸ਼ਰ ਦਾ ਨਾਮ ਹੈ। ਜਿਹੜਾ ਪਰਮੇਸ਼ਰ ਦੇ ਨਾਮ ਨਾਲ ਲੱਗ ਗਿਆ ਉਹ ਜੰਮਣ ਮਰਨ ਦੀ ਚੱਕੀ ਵਿੱਚ ਪੈਣ ਤੋਂ ਬਚ ਗਿਆ। ਤੇ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਇੱਧਰ ਉੱਧਰ ਭਟਕਦਾ ਹੈ ਉਹ ਦੋ ਪੱਥਰਾਂ ਦੇ ਵਿੱਚ ਆ ਕੇ, ਦੋ ਪਾਟਾਂ ਦੇ ਵਿੱਚ ਆ ਕੇ ਪਿਸ ਗਿਆ। ਚਲਤੀ ਚਾਕੀ ਦੇਖ ਕੇ दिया कबीरा रोए, दो पाटों के बीच में सावत बचा न कोई। बाबा जी कहते मुकाम तो केवल परमेश्वर दा है। सब दुनी आवन जावनी मुकाम एक रहीम। उस रहीम करीम रहमदान अल्लाह अलख अगम कादर दा बस ओहो ही सदा रहन वाला। सारी दुनिया तुरी फिरदी है, कोई भी खड़ा होया नहीं है। मुकाम एक रहीम, मुकाम तिसनो आखी है जी सिस न होवे लेख। कहते असली मुकाम वो है जिहदे सिर दे उत्ते कोई हिसाब किताब नहीं है। सारे जीवां नूं कर्मां दा फल भोगना पैंदा है, लेकिन परमेश्वर ते कोई कर्मां दा फल नहीं है। उस नूं कोई फल नहीं भोगना पैंदा जिहदे मत्थे ते कोई लेख नहीं है। सबना लिखिया बुरी कलाम, जिसकी कलम ने साडे मत्थे ते लेख लिखे, पर जिसने लिखे वो तो कहते कोई लेख ही नहीं हैगा। सबना लिखिया बुरी कलाम। पातशाह जी कहते वो परिपूर्ण परमेश्वर परमात्मा की लोह कर्म जिहड़ी साडे मत्थे ते वगी, उन्हें साडे कर्म तां लिख दिते। पर असी तो एक थां ते टिक नहीं सकते। कर्मां नूं भोगण वास्ते कदी इधर कदी उधर जाना पैंदा। जिथे दाने आ उत्थे दाने खाण जाना पैंदा। जीव नूं कर्मां दे मुताबक पानी दा बचन है। नख नथ खसम हथ किरत धक्के दे, जहां दाने तहां खाने, नानका सच है। हुण बहुत सारे बच्चे दूसरे देशों नूं तुरे जा रहे हैं, जाण विच कामयाब हो रहे हैं। उन्हां दा भाई उत्थे दाना पानी आपां इह वी कह दिंदे आ, आहो भाई जिहदा दाना पानी उहदा वीजा लग जांदा, कईयां दा रह जांदा, नहीं लगदा। भाव वाकिया दाने पानी की खेल भी है। बाणी ने पहला कहा कि जीव की जिहड़ी नथ है भाव कंट्रोल है वो परमेश्वर के हथ विच है, कर्म लिखियां दे हथ विच है। जिथे मनुख का दाना पानी है उत्थे इहनूं पहुँचा ही देंदा है। तो इस गल ते एक दिन एक सियाणे मनुख की गलबात हो रही है। वो कहते यार ये किवें हो सकता है भी बंदा दाना पानी जिथे हुंदा उत्थे जाना पैंदा। वो डॉक्टर भी सीगा ते दूसरा बंदा जिहड़ा गुरमुख नाल गलबात कर रहा है ते जिथे उन्होंने की गलबात जा रही है उत्थे कुछ मुर्गियां घूम रही हैं, कोई सतनाम श्री। ते ये जिहड़े सी गुरु प्यारिओ दाने छक रहे हैं, नाले इस विषय ते गल्लां कर रहे हैं। छोलियां दे भुजे हुए दाने चबदिया चबदिया कहते एक दाना बुड़ के जदों फक्का मार लगे नक च पै गया। कोई सतनाम सी। उहनूं कड्ढण दी कोशिश कीती, वो गांह चलिया गया। हुण उन्हां समयां दे विच इत्थे ऑपरेशनां दा सिस्टम नहीं सीगा। कहंदे भी इस दा ऑपरेशन करन वास्ते फलाने थां जाना पऊगा। उस तो पहला गुरमुख ने उस बंदे नूं कहा सीगा बई इन्हां दाणियां दे विच एक दाना जिहड़ा ना वो मुर्गी दे लेखां च। कहंदा भी वो किवें हो सकदा है। गल कट्टण वाला कहंदा मैं इहनूं हुणे ही खा जाना। उहने फक्का मारिया ते फक्का मारदिया एक दाना उसे दे नक नूं चढ़ गया। ते कहंदी उस दे नक नूं फिर वो दाना कढाउण वास्ते उस मनुख नूं बहुत दूर जाना पिया जिथे वो गुरमुख ने कहा सी। जदों उत्थे जाके दाना कढाउण वास्ते ऑपरेशन करन वास्ते गए तो कहंदे उत्थे उदों वैद वगैरह हुंदे सन। उस वैद ने उस दाने नूं कढण वास्ते तजर्बा वरतिया, कोई चीज़ उसनूं खवाई जां संघाई ते उहनूं छिक्कां लाईयां। जब छिक लगदी है अंदरों प्रैशर बाहर नूं वजदा हवा दा। जब छिक्कां लाईयां तो वो छिक्कां दे नाल वो दाना हौली हौली बुड़ के बाहर आ गया। तो बाहर उसे वैद दे घरे मुर्गियां रखियां सी और मुर्गियां वो दाना खा गईयां। कोई सतनाम सी। कहण तो भाव है कि वाकया ही बाबा जी कहंदे
ਇਹ ਦੁਨੀਆ ਚੱਲਣ ਦੇ ਵਿੱਚ ਹੀ ਰਹਿੰਦੀ ਹੈ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਸਗਲ ਆਕਾਸ਼। ਇਹ ਸਾਰੇ ਘੁੰਮ ਰਹੇ ਹਨ ਉਹਦੇ ਹੁਕਮ ਦੇ ਅੰਦਰ। ਆਪਾਂ ਵੀ ਘੁੰਮ ਰਹੇ ਹਾਂ, ਸਾਰੀ ਦੁਨੀਆ ਘੁੰਮ ਰਹੀ ਹੈ। ਬਾਬਾ ਜੀ ਕਹਿੰਦੇ ਕੇਵਲ ਕਿੱਲੀ ਦੀ ਨਿਆਈ ਪਰਮੇਸ਼ਰ ਹੀ ਇੱਕ ਥਾਂ ਤੇ ਟਿਕਿਆ ਹੋਇਆ। ਕਹੋ ਸਤਿਨਾਮ ਸ੍ਰੀ। ਜਿਵੇਂ ਚੱਕੀ ਦੀ ਕਿੱਲੀ ਟਿਕੀ ਹੋਈ ਆ, ਉਸੇ ਤਰ੍ਹਾਂ ਸਭ ਦੁਨੀਆ ਆਵਣ ਜਾਵਣੀ, ਮੁਕਾਮ ਏਕ ਰਹੀਮ। ਮੁਕਾਮ ਤਿਸਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ। ਮੁਲਾਣਿਆਂ ਨੇ ਬਾਬੇ ਨਾਨਕ ਨੂੰ ਕਿਹਾ ਤੁਸੀਂ ਸਿੱਧੇ ਵੜ ਗਏ ਮਸੀਤ ਵਿੱਚ, ਸਣੇ ਖੜਾਵਾ, ਤੁਸੀਂ ਮੁਹੰਮਦ ਸਾਹਿਬ ਦੀ ਕਬਰ ਹੈ ਇਹਦਾ ਸਤਿਕਾਰ ਨਹੀਂ ਕਰਦੇ, ਇਹ ਉਹਨਾਂ ਦਾ ਮੁਕਾਮ ਹੈ। ਬਾਬਾ ਜੀ ਕਹਿੰਦੇ ਇਹ ਕਿਹੜਾ ਮੁਕਾਮ ਹੈ? ਮੁਹੰਮਦ ਵੀ ਚਲਿਆ ਗਿਆ, ਉਸ ਤੋਂ ਪਹਿਲਾਂ ਵੀ ਆਏ ਚਲੇ ਗਏ, ਤੁਸੀਂ ਵੀ ਚਲੇ ਜਾਣਾ, ਮੈਂ ਵੀ ਚਲਿਆ ਜਾਣਾ। ਇਹ ਮੁਕਾਮ ਪੱਕੇ ਨਹੀਂ ਹੈ, ਇਹ ਤਾਂ ਸਰਾਵਾਂ ਹਨ। ਸਰਾਵਾਂ ਦੇ ਵਿੱਚ ਕੋਈ 2 ਦਿਨ ਠਹਿਰਦਾ, ਕੋਈ 10 ਦਿਨ ਠਹਿਰਦਾ, ਤੇ ਜਾਣਾ ਸਭ ਨੂੰ ਪੈਂਦਾ। ਦੁਨੀਆ ਇੱਕ ਸਰਾਂ ਹੈ। ਪ੍ਰੀਤਮ ਜੀ ਕਹਿੰਦੇ ਅਸਮਾਨ ਧਰਤੀ ਚੱਲ ਸੀ, ਮੁਕਾਮ ਉਹੀ ਏਕ। ਇਹ ਧਰਤੀ ਵੀ ਘੁੰਮ ਰਹੀ ਹੈ, ਅਸਮਾਨ ਵੀ ਚਲਿਆ ਜਾਣਾ, ਇਹ ਵੀ ਘੁੰਮ ਰਿਹਾ ਹੈ। ਕੇਵਲ ਤੇ ਕੇਵਲ ਇੱਕ ਪਰਮੇਸ਼ਰ ਟਿਕਿਆ ਹੋਇਆ ਹੈ। ਦਿਨ ਰੱਬ ਚੱਲੈ, ਦਿਨ ਵੀ ਚਲਿਆ ਜਾਂਦਾ, ਰਾਤ ਵੀ ਚੱਲੀ ਜਾਂਦੀ ਹੈ। ਦਿਨੇ ਸੂਰਜ ਚੱਲਦਾ ਵੇਖਦੇ ਆ, ਨਿਸ ਸੱਸ ਚੱਲੈ, ਰਾਤ ਨੂੰ ਚੰਦਰਮਾ ਵੀ ਚੱਲਦਾ ਵੇਖਦੇ ਆ। ਇੱਧਰੋਂ ਇੱਧਰ ਆ ਜਾਂਦਾ, ਇੱਧਰੋਂ ਉੱਧਰ ਚਲਿਆ ਜਾਂਦਾ। ਤਾਰ ਕਾ ਲੱਖ ਪਲੋਏ, ਔਰ ਚੰਦਰਮਾ ਦੇ ਦੁਆਲੇ ਤਾਰਿਆਂ ਨੂੰ ਵੀ ਘੁੰਮਦੇ ਵੇਖਦੇ ਆ, ਉਹ ਵੀ ਟਿਕਦੇ ਨਹੀਂ। ਉਹਨਾਂ ਤਾਰਿਆਂ ਵਿੱਚ ਇੱਕ ਧਰੂ ਟਿਕਿਆ ਹੋਇਆ, ਕਿਉਂਕਿ ਧਰੂ ਨਾਮ ਨਾਲ ਜੁੜ ਗਿਆ। ਕੌਣ ਟਿਕੂਗਾ ਸਰ? ਜਿਹੜਾ ਨਾਮ ਨਾਲ ਜੁੜੇਗਾ। ਕਹੋ ਸਤਿਨਾਮ ਸ੍ਰੀ। ਧਰੂ ਦੇ ਦੁਆਲੇ ਸਾਰੇ ਤਾਰੇ ਘੁੰਮਦੇ ਆ, ਚੰਦਰਮਾ ਘੁੰਮਦਾ, ਸੂਰਜ ਘੁੰਮਦਾ, ਧਰਤੀ ਘੁੰਮਦੀ ਆ, ਕੋਈ ਟਿਕਿਆ ਹੋਇਆ ਨਹੀਂ। ਟਿਕਿਆ ਹੋਇਆ ਕੇਵਲ ਪਰਮੇਸ਼ਰ ਹੈ, ਉਹਦਾ ਨਾਮ ਹੈ। ਤਾਂ ਤੇ ਦਿਨ ਰਬ ਚੱਲੈ, ਨਿਸ ਸੱਸ ਚੱਲੈ, ਤਾਰ ਕਾ ਲੱਖ ਪਲੋਏ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਇਹ ਨਾਨਕ ਸੱਚ ਕਹਿੰਦਾ ਹੈ। ਕੇਵਲ ਤੇ ਕੇਵਲ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਹੀ ਸਦਾ ਰਹਿਣ ਵਾਲਾ ਹੈ। ਇਹ ਬਚਨ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਸੱਚ ਕਹਿਣਾ ਕਿ ਕੇਵਲ ਤੇ ਕੇਵਲ ਪਰਮੇਸ਼ਰ ਹੀ ਰਹੇਗਾ, ਅੱਲਾ ਹੀ ਰਹੇਗਾ। ਆਓ ਉਹਦੇ ਨਾਲ ਜੁੜੀਏ। ਇਸੇ ਚ ਲਾਹਾ ਹੈ। ਰਹਾਉ ਦੀ ਪੰਕਤੀ ਦਾ ਬਚਨ ਪੜ੍ਹਿਆ ਸੀ ਆਪਾਂ ਕਿ ਮੁਕਾਮ ਦੁਨੀਆ ਕੈਸ ਮੁਕਾਮੈ, ਕਰ ਸਿਦਕ ਕਰਨੀ ਖਰਚ ਵਾਧੋ, ਲਾਗ ਰਹੋ ਹਰ ਨਾਮੇ। ਆਓ ਸਿਦਕ ਸਬਰ ਸੰਦੋਖ ਦੇ ਨਾਲ ਹਰੀ ਦੇ ਨਾਮ ਨਾਲ ਜੁੜੀਏ। ਨਾਮ ਨਾਲ ਜੁੜ ਕੇ ਆਪਣੇ ਆਪੇ ਨੂੰ ਟਿਕਾਉਣਾ ਕਰੀਏ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਹੋ ਕੇ ਬੈਠ ਜਾਓ, ਸਤਿਗੁਰ ਸਾਰੇ ਕਾਰਜ ਰਾਸ ਕਰੇਗਾ। ਇਸ ਕਰਕੇ ਅਖੀਰ ਤੇ ਬਾਬਾ ਜੀ ਇਹੀ ਕਹਿੰਦੇ ਮੁਕਾਮ ਉਹੀ ਏਕ ਹੈ। ਕੇਵਲ ਪਰਮੇਸ਼ਰ ਦਾ ਘਰ ਹੀ ਪੱਕਾ ਮੁਕਾਮ ਹੈ। ਬਾਕੀ ਸਭ ਬਣਦੇ ਢਹਿੰਦੇ ਰਹਿੰਦੇ ਆ, ਔਰ ਸਰੀਰ ਵੀ ਬਣਦੇ ਢਹਿੰਦੇ ਰਹਿੰਦੇ ਆ। ਮੁਕਾਮ ਉਹੀ ਏਕ ਹੈ, ਨਾਨਕ ਸੱਚ ਬੁਗੋਏ। ਬਾਕੀ ਸਭ ਜਾਣ ਵਾਲਾ ਹੈ। ਨਾਨਕ ਜੀ ਕਹਿੰਦੇ ਹਨ। ਇਹ ਸੀ ਪਵਿੱਤਰ ਸ਼ਬਦ ਰਾਗ ਸ੍ਰੀ ਰਾਗ ਦੇ ਵਿੱਚ। ਗੁਰੂ ਪਿਆਰਿਓ, ਸਤਿਗੁਰਾਂ ਨੇ 64 ਅੰਗ ਤੱਕ ਬਾਬੇ ਨਾਨਕ ਦੀ ਬਾਣੀ ਦਰਜ ਕੀਤੀ ਆ। ਅੱਗੇ ਤੀਜੇ ਪਾਤਸ਼ਾਹ ਜੀ ਦੀ ਬਾਣੀ ਚੱਲਦੀ ਆ, ਇਹ ਆਪਾਂ ਕੱਲ ਨੂੰ ਆਰੰਭ ਕਰਾਂਗੇ। ਹੁਣ ਵਿਚਾਰਾ ਇੱਥੇ ਰੋਕਦੇ ਆ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸ਼ਬਦ ਪੂਰਾ ਕਰਨ ਤੋਂ ਬਾਅਦ ਅੱਗੇ ਲਿਖਦੇ ਹਨ ਮਹੱਲੇ ਪਹਿਲੇ 17 ਹੈ ਅਸ਼ਟਪਦੀਆਂ। ਭਾਵ ਪਹਿਲੇ ਬਾਬੇ ਨਾਨਕ ਜੀ ਦੀਆਂ ਇਹ 64 ਅੰਗ ਤੱਕ 17 ਅਸ਼ਟਪਦੀਆਂ ਗਾਈਆਂ ਗਈਆਂ। ਭਾਵ ਗਿਣਤੀ ਪੂਰੀ ਲਿਖੀ ਹੈ। ਕਾਰਨ ਕੀ ਸੀਗਾ ਕਿ ਭਾਈ ਗੁਰਦਾਸ ਜੀ ਨੇ ਇੱਕ ਦਿਨ ਵੇਖਿਆ ਕਿ ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਸੀ ਨਾ ਮਿਹਰਬਾਨ ਨੇ ਗੁਰੂ ਪਿਆਰਿਓ ਕੀ ਕਰਨਾ, ਸ਼ਬਦ ਲਿਖਣੇ ਆਪਣੀ ਮਨਮਤ ਦੇ, ਆਪਣੀ ਮਰਜ਼ੀ ਦੇ, ਔਰ ਪਿੱਛੇ ਨਾਨਕ ਲਿਖ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੇਖਿਆ
ਬਈ ਇਹ ਤਾਂ ਮਿਲਾਵਟ ਹੋ ਸਕਦੀ ਹੈ, ਆਉਣ ਵਾਲੇ ਸਮੇਂ ਸੰਗਤਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਕਿਹੜੀ ਬਾਣੀ ਸੱਚੀ ਹੈ ਕਿਹੜੀ ਝੂਠੀ ਹੈ। ਉਹਨਾਂ ਨੇ ਸਤਿਗੁਰੂ ਅਰਜਨ ਦੇਵ ਜੀ ਕੋਲ ਬੇਨਤੀ ਕੀਤੀ, ਪਾਤਸ਼ਾਹ ਆਹ ਗੱਲ ਹੈ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਆਪਾਂ ਜਿਹੜੀ ਗੁਰੂਆਂ ਦੀ ਬਾਣੀ ਇੱਕ ਥਾਂ ਤੇ ਇਕੱਠੀ ਕਰ ਦਿੰਦੇ ਆ, ਬਾਕੀ ਆਪੇ ਅੱਡ ਹੋ ਜੂਗੀ। ਕਹਿੰਦੇ ਜੀ ਠੀਕ ਆ। ਫਿਰ ਉਹਨਾਂ ਨੇ ਗੁਰਬਾਣੀ ਸਾਰੀ ਇਕੱਤਰ ਕੀਤੀ, ਪਹਿਲਾਂ ਬਾਬੇ ਨਾਨਕ ਦੀ, ਫਿਰ ਦੂਜੇ ਦੀ, ਫਿਰ ਤੀਜੇ ਦੀ, ਫਿਰ ਚੌਥੇ ਦੀ, ਪੰਜਵੇਂ ਦੀ, ਔਰ ਫਿਰ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਆ, ਜੋ ਗ੍ਰੰਥ ਸਾਹਿਬ ਸਾਡੇ ਕੋਲ ਹੁਣ ਸੁਭਾਇਮਾਨ ਹੈ। ਤੋ ਇਹ ਸ਼ਬਦ ਪੂਰੇ ਲਿਖਣ ਤੋਂ ਬਾਅਦ ਅਸ਼ਟਪਦੀਆਂ ਦੀ ਗਿਣਤੀ ਲਿਖੀ ਆ ਕਿ ਇਹ 8 ਪਦਿਆਂ ਦੇ ਸ਼ਬਦ ਸਨ, 17 ਇਹ ਰੋਕਦਾ ਹਾਂ। ਤੇ ਇਸ ਨੂੰ ਸਹਿਜ ਪਾਠ ਵਿੱਚ ਕਈ ਵਾਰੀ ਅਸੀਂ ਪੜ੍ਹ ਦਿੰਦੇ ਹਾਂ, ਪਾਠ ਕਰਦੇ ਹੋਏ ਕਹਿ ਦਿੰਦੇ ਹਾਂ ਮਹੱਲੇ ਪਹਿਲੇ 17 ਅਸ਼ਟਪਦੀਆਂ, ਇਹਨੂੰ ਪੜ੍ਹਨ ਦੀ ਲੋੜ ਨਹੀਂ ਹੈ। ਵੈਸੇ ਇਹ ਗਿਣਤੀ ਦੱਸੀ ਹੈ ਪੰਜਾਬੀ ਦੇ ਵਿੱਚ, ਇਹਨਾਂ ਅੰਕਾਂ ਨੂੰ ਬੋਲਣ ਦੀ ਲੋੜ ਨਹੀਂ, ਪਰ ਇਹ ਪਾਤਸ਼ਾਹ ਜੀ ਨੇ ਇਹ ਕੰਟਰੋਲ ਕੀਤਾ ਹੈ ਤਾਂ ਕਿ ਇਹਦੇ ਵਿੱਚ ਕੋਈ ਅਗਲਾ ਸ਼ਬਦ ਨਾ ਪਾਵੇ। ਜੇ ਅਗਲਾ ਪਾਊਗਾ ਤੇ ਪਤਾ ਲੱਗੂਗਾ। ਖੈਰ ਵਿਚਾਰਾਂ ਇੱਥੇ ਰੋਕਦੇ ਹਾਂ, ਅਗਲੇ ਸ਼ਬਦ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਰਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਆਪੈ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੇ ਕੋਏ। ਹਰ ਜੀਓ ਸਾਚਾ, ਸੱਚੀ ਬਾਣੀ ਸ਼ਬਦ ਮਿਲਾਵਾ ਹੋਏ। ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਜੇ ਤੂੰ ਭਗਤੀ ਨਹੀਂ ਕਰਨੀ ਤੇ ਲੈਣ ਕੀ ਆਇਆ। ਇਹ ਸ਼ਬਦ ਦੇ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।